बहुत बहुत स्वागत है। यह है द नवजोत ढिल्लोंवाल लैके हाज़र हुई हाँ कुछ ख्याल कुछ सवाल। अज 9 सितंबर पंजाबी दे प्रसिद्ध कवि लोक कवि पाश का जन्मदिन हुंदा है ते अज पाश नूं याद करदियां कुछ गल्लां बातां करांगे पाश की शायरी बारे, पाश की शख्सियत बारे। ते अज दे इस प्रोग्राम की शुरुआत कर रही हाँ मैं एक कविता दे नाल जिहड़ी पाश बारे लिखी गई है। पाश कविता बन के कलमा मूरे आ गया, पाश लक्ष्य बन के कदमा मूरे आ गया, पाश वो शब्द बन गया अर्थ जिसदे फैलते ही रहणगे, पाश वो अर्थ बन गया शब्द जिस तो जन्मदे ही रहणगे, पाश वो गीत बन गया जो भैन अपने वीर लई गाया करेगी, पाश वो लोरी बन गया जो माँ अपने बच्चों नूं सुनाया करेगी, पाश वो सुपना है जो अखां 'च सजाया करांगे, पाश वो नगमा है जो कट्ठां 'च गाया करांगे, पाश वो प्यार है जो लोकां खेतां ते शब्दां नाल कीता जावेगा, पाश वो युद्ध है जो हक्कां फसलां ते अर्थां लई कीता जावेगा। पाश नूं समर्पित एक कविता लिखी सी डॉक्टर साधू बिनिंग हुणां ने। डॉक्टर साधू बिनिंग खुद एक लेखक ने, एक बहुत सूझवान पाठक ने, चिंतक ने, UBC ਦੇ ਵਿੱਚ ਪੰਜਾਬੀ ਪੜ੍ਹਾਉਂਦੇ ਰਹੇ ਨੇ। ਉਹਨਾਂ ਨੇ ਕੈਨੇਡਾ ਵਿੱਚ ਰਹਿੰਦੇ ਹੋਏ ਪੰਜਾਬੀ ਲਈ ਬਹੁਤ ਸਾਰਾ ਕੰਮ ਕੀਤਾ ਹੈ। ਕੈਨੇਡਾ ਵਿੱਚ ਪੰਜਾਬੀ ਬੋਲੀ ਬਾਰੇ ਉਹਨਾਂ ਨੇ ਇੱਕ ਕਿਤਾਬ ਵੀ ਲਿਖੀ ਹੈ, ਹੋਰ ਬਹੁਤ ਸਾਰੀਆਂ ਕਿਤਾਬਾਂ ਉਹਨਾਂ ਨੇ ਲਿਖੀਆਂ। ਅਤੇ ਅੱਜ ਖੁਸ਼ੀ ਦੀ ਗੱਲ ਹੈ ਕਿ ਇਸ ਸ਼ਖਸੀਅਤ ਦੇ ਨਾਲ ਅਸੀਂ ਉਸ ਸ਼ਖਸੀਅਤ ਬਾਰੇ ਗੱਲਾਂ ਕਰਾਂਗੇ ਜਿਸ ਨੂੰ ਅੱਜ ਉਸ ਦੇ ਜਨਮਦਿਨ ਦੇ ਮੌਕੇ 'ਤੇ ਅਸੀਂ ਯਾਦ ਕਰ ਰਹੇ ਹਾਂ। ਸੋ ਪਾਸ਼ ਨੂੰ ਯਾਦ ਕਰਦੇ ਹਾਂ। ਡਾਕਟਰ ਸਾਧੂ ਬਿਨਿੰਗ ਹੁਣਾਂ ਦੇ ਨਾਲ ਗੱਲਬਾਤ ਸ਼ੁਰੂ ਕਰਦੇ ਹਾਂ। ਡਾਕਟਰ ਸਾਧੂ ਬਿਨਿੰਗ ਜੀ, ਸਵਾਗਤ ਹੈ। ਬਹੁਤ ਬਹੁਤ ਸ਼ੁਕਰੀਆ ਨਵਜੋਤ ਜੀ, ਮੈਨੂੰ ਇਹ ਮੌਕਾ ਦੇਣ ਲਈ। ਅਤੇ ਸਾਡੇ ਜਿਹੜੇ ਖਾਸ ਤੌਰ 'ਤੇ ਮਤਲਬ ਦਿਨ ਦਿਨ ਵੱਧ ਰਹੇ ਨਾਂ ਵਾਲੇ ਸਾਡੇ ਇਨਕਲਾਬੀ ਕਵੀ ਪਾਸ਼ ਹੋਰਾਂ ਬਾਰੇ ਗੱਲਬਾਤ ਕਰਨ ਲਈ, ਉਹਨਾਂ ਦੇ ਜਨਮਦਿਨ ਦੇ ਉੱਤੇ। ਜਨਮਦਿਨ ਜਿਹੜਾ ਉਹ ਇੱਕ ਖੁਸ਼ੀ ਦਾ ਮੌਕਾ ਹੁੰਦਾ ਹੈ ਅਤੇ ਅਸੀਂ ਇਸ ਗੱਲ ਦੀ ਸਾਰਿਆਂ ਨੂੰ ਵਧਾਈ ਦਿੰਦੇ ਪਾਸ਼ ਹੋਰਾਂ ਦੇ ਜਨਮਦਿਨ 'ਤੇ। ਉਹਨਾਂ ਦਾ ਜਨਮ ਜਿਵੇਂ ਤੁਸੀਂ ਦੱਸਿਆ 9 ਸਤੰਬਰ 1950 ਨੂੰ ਹੋਇਆ ਸੀ ਅਤੇ ਉਹ ਪੰਜਾਬ ਦੇ ਦੁਆਬਾ ਜਿਹੜਾ ਉਹ ਜਲੰਧਰ ਜ਼ਿਲ੍ਹੇ ਦੇ ਲਾਗੇ ਉਹਨਾਂ ਦਾ ਪਿੰਡ ਸੀ। ਅਤੇ ਪਰ ਇਸ ਵੇਲੇ ਉਹ ਸਾਰੀ ਦੁਨੀਆ ਦੇ ਵਿੱਚ ਜਾਣੇ ਜਾਂਦੇ ਹੈਗੇ। ਹਾਂਜੀ, ਪਾਸ਼ ਨੂੰ ਬੇਸ਼ੱਕ ਪੰਜਾਬ ਦਾ ਕਵੀ ਕਿਹਾ ਜਾਂਦਾ, ਪੰਜਾਬੀ ਕਵੀ ਕਿਹਾ ਜਾਂਦਾ ਹੈ। ਉਸ ਦੀਆਂ ਕਵਿਤਾਵਾਂ ਬਹੁਤ ਸਾਰੀਆਂ ਹੋਰ ਭਾਸ਼ਾਵਾਂ ਦੇ ਵਿੱਚ ਟਰਾਂਸਲੇਟ ਹੋਈਆਂ, ਤਮਿਲ ਦੇ ਵਿੱਚ, ਬੰਗਲਾ ਦੇ ਵਿੱਚ, ਮੈਨੂੰ ਲੱਗਦਾ ਹੋਰ ਭਾਰਤੀ ਭਾਸ਼ਾਵਾਂ ਦੇ ਵਿੱਚ, ਇਸ ਤੋਂ ਇਲਾਵਾ ਵਿਦੇਸ਼ੀ ਭਾਸ਼ਾਵਾਂ ਦੇ ਵਿੱਚ। ਜੇ ਉਹਨਾਂ ਦੀ ਕਵਿਤਾ ਦੀ ਵਿਲੱਖਣਤਾ ਦੀ ਗੱਲ ਕਰੀਏ, ਕੀ ਕਾਰਨ ਹੈ ਕਿ ਉਹਨਾਂ ਦੀ ਕਵਿਤਾ ਨੂੰ ਇੰਨਾ ਜ਼ਿਆਦਾ ਟਰਾਂਸਲੇਟ ਕੀਤਾ ਗਿਆ, ਉਹਨੂੰ ਗਾਇਆ ਗਿਆ, ਉਹਨੂੰ ਰਿਕਾਰਡ ਕੀਤਾ ਗਿਆ? ਉਹਨਾਂ ਦੀ ਵਿਲੱਖਣਤਾ ਜਿਹੜੀ ਪਹਿਲੀ ਤਾਂ ਇਹ ਆ ਕਿ ਪਾਸ਼ ਆਪਣੇ ਸਮੇਂ ਦੇ ਨਾਲ ਸੰਵਾਦ ਰਚਾਉਂਦਾ ਆ। ਸਮੇਂ ਦੇ ਨਾਲ ਹੀ ਉਹ ਜਿਹੜੇ ਆਲੇ ਦੁਆਲੇ ਜੋ ਕੁਛ ਉਹਦੇ ਵਾਪਰਿਆ, ਜਿਹੜੇ ਲੇਖਕ ਵੀ ਆ ਮਤਲਬ ਉਹਦੇ ਆਪਣੇ ਬੋਲੀ 'ਚ ਲਿਖਣ ਵਾਲੇ ਵੀ, ਉਹਨਾਂ ਦੇ ਨਾਲ ਵੀ ਸੰਵਾਦ ਰਚਾਉਂਦਾ ਆ। ਉਹ ਮਤਲਬ ਇੱਕ ਹਰ ਪਲ ਇੱਦਾਂ ਲੱਗਦਾ ਵੀ ਉਹ ਹਰ ਪਲ ਜੀ ਰਿਹਾ ਸੀ ਕਵੀ ਦੇ ਤੌਰ 'ਤੇ, ਇੱਕ ਚਿੰਤਕ ਦੇ ਤੌਰ 'ਤੇ। ਜਿਵੇਂ ਅਸੀਂ ਉਹਨਾਂ ਦੇ ਫਾਦਰ ਸਾਹਿਬ ਸੋਹਣ ਸਿੰਘ ਸੰਧੂ ਹੋਣਾ ਨੇ ਜਿਹੜੇ ਉਹਨਾਂ ਦੀ ਕਿਤਾਬਾਂ 3 ਕੀਤੀਆਂ ਸੰਪਾਦ ਵੱਡੀਆਂ, ਉਹਨਾਂ ਦੇ ਵਿੱਚ ਉਹਨਾਂ ਨੇ ਅਕਸਰ ਜ਼ਿਕਰ ਕੀਤਾ ਕਿ ਜਦੋਂ ਉਹ ਛੋਟਾ ਸੀ ਉਹ ਮਤਲਬ ਸਾਇੰਸ ਬਾਰੇ ਇਸ ਤਰ੍ਹਾਂ ਪੜ੍ਹਦਾ ਸੀ। ਮਤਲਬ ਉਹ ਜੇਲ੍ਹ ਦੇ ਵਿੱਚ 20 ਸਾਲ ਦੀ ਉਮਰ ਦੇ ਵਿੱਚ ਉਹ ਪਹਿਲੀ ਵਾਰੀ ਜੇਲ੍ਹ ਗਿਆ, ਉੱਥੇ ਵੀ ਉਹਨੇ ਜਿਹੜੀਆਂ ਸਾਇੰਸ ਦੀਆਂ ਕਿਤਾਬਾਂ ਮੰਗਾ ਕੇ ਪੜ੍ਹੀਆਂ। ਸੋ ਜਿਹੜੀ ਉਹਦੀ ਕਵਿਤਾ ਦੀ ਵਿਲੱਖਣਤਾ ਇਹ ਹੈ ਕਿ ਉਹ ਇੱਕ ਮਤਲਬ ਨਾ ਸ਼ੁਰੂ ਤੋਂ ਹੀ ਇੱਕ ਸੋਚਵਾਨ ਇਨਸਾਨ ਸੀ। ਅਤੇ ਉਹਨੇ ਜਿਹੜੀ ਆਪਣੀ ਕਵਿਤਾ ਲਿਖੀ ਉਹ ਆਪਣੀ ਮਿੱਟੀ ਦੇ ਵਿੱਚੋਂ, ਆਪਣੇ ਪਿੰਡ ਦੇ ਵਿੱਚੋਂ ਉਸ ਕਿਸਮ ਦੇ ਸ਼ਬਦ, ਉਸ ਕਿਸਮ ਦੇ ਜਿਹੜੇ ਦ੍ਰਿਸ਼ ਲੈ ਕੇ ਜਿਹੜਾ ਉਸ ਕਿਸਮ ਦਾ ਸੰਵਾਦ ਰਚਾਇਆ, ਜਿਹੜੀਆਂ ਵੀ ਉਹਨੂੰ ਉਸ ਵੇਲੇ ਗੱਲਾਂ ਮਹੱਤਵਪੂਰਨ ਲੱਗਦੀਆਂ ਸੀਗੀਆਂ। ਕਿਉਂਕਿ ਆਪਾਂ ਜਿਹੜੀ ਗੱਲ ਕਰ ਰਹੇ ਹਾਂ ਇਹ 60s ਦੇ ਐਂਡ ਦੀ, ਜਦੋਂ ਨਕਸਲਵਾੜੀ ਜਿਹੜੀ ਮੂਵਮੈਂਟ ਪੰਜਾਬ ਦੇ ਵਿੱਚ ਆਈ, ਲਹਿਰ ਆਈ, ਉਹਦੇ ਵਿੱਚ ਜਿਹੜੇ ਨੌਜਵਾਨ ਸੀ ਬਹੁਤ ਸਾਰੇ ਜਿਹੜੇ ਉਹਨਾਂ ਦੇ ਉੱਤੇ ਅਸਰ ਪਿਆ। ਪਾਸ਼ ਵੀ ਉਹਨਾਂ ਦੇ ਵਿੱਚੋਂ ਸੀਗਾ। ਅਤੇ ਉਹਦੀ ਕਵਿਤਾ ਸ਼ੁਰੂ ਤੋਂ ਹੀ ਉਹਦੇ 'ਚ ਵਿਦਰੋਹ ਦੀ ਸੁਰ ਆ, ਅਤੇ ਨਾਲ ਹੀ ਨਾਲ ਉਹ ਜਿਹੜੇ ਸ਼ਬਦ ਵਰਤਦਾ ਆ, ਜਿਹੜੀ ਉਹ ਮਤਲਬ ਉਹ ਸਾਨੂੰ ਕਿਸੇ ਤਰ੍ਹਾਂ ਵੀ ਇੱਦਾਂ ਨਹੀਂ ਕੋਈ ਸਮਝ ਨਾ ਆਵੇ, ਬਹੁਤ ਸੁਖਾਲੀ
ਤੇ ਲੋਕਾਂ ਦੀ ਜ਼ੁਬਾਨ ਦੇ ਵਿੱਚ ਉਹਨਾਂ ਦੀ ਗੱਲ ਕਰਨ ਵਾਲੀ ਪਿੰਡ ਦੇ ਲੋਕਾਂ ਤੱਕ ਵੀ ਉਹ ਮਤਲਬ ਉਹ ਗੱਲ ਪਹੁੰਚਾਉਂਦੀ। ਸੋ ਉਹ ਜਿਹੜੀ ਜਿਵੇਂ ਆਪਾਂ ਦੇਖਦੇ ਦੂਜੇ ਸ਼ਾਇਰ ਵੀ, ਜਿਵੇਂ ਚਾਹੇ ਮਤਲਬ ਉਹ ਸ਼ਿਵ ਕੁਮਾਰ ਆ ਜਾਂ ਪਾਤਰ ਆ, ਜਿਹੜੇ ਸਾਡੇ ਦੂਜੇ ਵੀ ਪੰਜਾਬੀ ਦੇ ਸ਼ਾਇਰ ਹੋਏ ਆ, ਉਹਨਾਂ ਦੀ ਵੀ ਜਿਹੜੀ ਅਸਲੀ ਗੱਲ ਇਹ ਆ ਕਿ ਉਹਨਾਂ ਦੀ ਕਵਿਤਾ ਜਿਹੜੀ ਆ ਸਖਾਲੀ ਬੋਲੀ ਦੇ ਵਿੱਚ, ਸਰਲ ਬੋਲੀ ਵਿੱਚ, ਆਮ ਲੋਕਾਂ ਦੇ ਸਮਝਣ ਵਾਲੀ ਬੋਲੀ ਦੇ ਵਿੱਚ, ਤੇ ਉਹ ਲਿਖਦੇ ਆ ਕਿ ਇਸੇ ਤਰ੍ਹਾਂ ਪਾਸ਼ ਦਾ, ਕਿਉਂਕਿ ਉਹਦਾ ਵਿਸ਼ਾ ਜਿਹੜਾ ਸੀ ਉਹ ਸਮਾਜ ਸੀ, ਵਿਸ਼ਾ ਜਿਹੜਾ ਉਹ ਲੋਕਾਂ ਦੇ ਵਿੱਚ ਚੇਤਨਤਾ ਲਿਆਉਣੀ ਚਾਹੁੰਦਾ ਸੀ। ਉਹਦੇ ਲਈ ਕਵਿਤਾ ਸਿਰਫ ਇੱਕ ਮਹਿਜ਼ ਜਿਹੜਾ ਉਹ ਜਿਹੜਾ ਇੰਟਰਟੇਨਮੈਂਟ ਦਾ ਜ਼ਰੀਆ ਨਹੀਂ ਸੀ। ਕਵਿਤਾ ਉਹਦੇ ਲਈ ਇੱਕ ਆਲੇ ਦੁਆਲੇ ਨੂੰ ਦੇਖਣ ਦਾ, ਸਮਝਣ ਦਾ ਤੇ ਬਦਲਣ ਦੇ ਲਈ ਕੋਸ਼ਿਸ਼ ਕਰਨ ਦਾ ਜਿਹੜਾ ਜ਼ਰੀਆ ਸੀਗਾ। ਇਸ ਕਰਕੇ ਮੈਂ ਸਮਝਦਾ ਕਿ ਉਹਦੀ ਕਵਿਤਾ ਜਿਹੜੀ ਹੈ ਨਾ, ਉਹ ਸ਼ੁਰੂ ਤੋਂ ਉਹਦੇ 'ਚ ਵਿਲੱਖਣਤਾ ਸੀਗੀ। ਤੇ ਅਸੀਂ ਦੇਖਦੇ ਹਾਂ ਕਿ ਉਹਦੀ ਕਵਿਤਾ ਜਿਹੜੀ ਹੈ, ਜਿੱਥੋਂ ਮਤਲਬ ਉਹ 38 ਸਾਲ ਦਾ ਸੀ ਜਦੋਂ ਉਹਨੂੰ ਕਤਲ ਕੀਤਾ ਗਿਆ, ਤੇ ਉਹਦੀ ਕਵਿਤਾ ਉਦੋਂ ਤੋਂ ਲੈ ਕੇ ਹੁਣ ਤੱਕ ਮਤਲਬ ਫੈਲਦੀ ਰਹੀ ਆ ਔਰ ਫੈਲ ਰਹੀ ਆ। ਇਹ ਉਹਦੇ ਵਿੱਚ ਉਹ ਜਿਹੜੀ ਸ਼ਕਤੀ ਆ ਨਾ, ਪਹਿਲੀ ਤਾਂ ਗੱਲ ਉਹਦੀ ਜ਼ੁਬਾਨ ਦੀ ਸ਼ਕਤੀ, ਦੂਜੀ ਉਹਦੀ ਸੋਚ ਦੀ, ਉਹਦੇ ਸ਼ਬਦਾਂ ਦੀ, ਉਹਦੇ ਆਲੇ ਦੁਆਲੇ ਦੇ ਨਾਲ ਸੰਵਾਦ ਦੀ ਸ਼ਕਤੀ, ਉਹ ਜਿਹੜੀ ਆ ਸਾਨੂੰ ਅਜੇ ਤੱਕ ਵੀ ਉਨਾ ਹੀ ਪ੍ਰਭਾਵਿਤ ਕਰਦੀ ਹੈਗੀ ਜਦੋਂ ਉਹਦੀ ਕਵਿਤਾ ਪੜ੍ਹਦੇ ਹਾਂ। ਤੇ ਦੂਜੇ ਲੋਕ ਵੀ ਜਦੋਂ ਦੂਜੀਆਂ ਜ਼ਬਾਨਾਂ ਵਿੱਚ ਵੀ ਪੜ੍ਹਦੇ ਆ, ਉਹਨਾਂ ਨੂੰ ਵੀ ਉਸੇ ਤਰ੍ਹਾਂ ਪ੍ਰਭਾਵਿਤ ਕਰਦੀ ਆ। ਇਹ ਉਹਦੀ ਵਿਲੱਖਣਤਾ ਸੀ ਕਵਿਤਾ ਦੀ। ਸਾਧੂ ਜੀ, ਇੱਕ ਚੀਜ਼ ਮੈਂ ਹੋਰ ਜਾਣਨਾ ਚਾਹੁੰਦੀ ਹਾਂ ਕਿ ਉਹ ਖੁਦ ਵੀ ਕਿਸੇ ਵਿਚਾਰਧਾਰਾ ਤੋਂ ਜਾਂ ਕੁਝ ਲੋਕਾਂ ਤੋਂ ਜਾਂ ਕੁਝ ਕਵੀਆਂ ਤੋਂ ਪ੍ਰਭਾਵਿਤ ਸੀਗੇ। ਇੱਕ ਥਾਂ ਤੇ ਉਹ ਆਪਣੀ ਜਿਹੜੀ ਉਹਨਾਂ ਦੀ ਕਿਤਾਬ ਹੈ ਸਾਡੇ ਸਮਿਆਂ ਦੇ ਵਿੱਚ, ਉਹਦੇ ਸ਼ੁਰੂ ਦੇ ਵਿੱਚ ਜਿਹੜਾ ਉਹਨਾਂ ਨੇ ਮੁੱਖ ਬੰਦ ਲਿਖਿਆ, ਖੁਦ ਇੰਨਾ ਕੁ ਉਹਨਾਂ ਨੇ ਜ਼ਰੂਰ ਮੈਂਸ਼ਨ ਕੀਤਾ ਕਿ ਆਪਣੀ ਕਵਿਤਾ ਦੀ ਗੱਲ ਕਰਦੇ ਹੋਏ ਕਹਿੰਦੇ, ਅਜੇ ਤੱਕ ਮੈਂ ਜਿਨ੍ਹਾਂ ਦੀ ਕਵਿਤਾ ਤੋਂ ਚੋਖਾ ਪ੍ਰਭਾਵਿਤ ਹੋਇਆ ਹਾਂ ਉਹਨਾਂ ਵਿੱਚ ਕਮਲਾ ਦਾਸ ਅਜੇ ਜਿਉਂਦੀ ਹੈ, ਕਾਲੀ ਦਾਸ ਤਾਂ ਚਿਰੋਕਣਾ ਸਰੀਰ ਛੱਡ ਗਿਆ ਹੋਇਆ ਹੈ। ਫਿਲਹਾਲ ਕਮਲਾ ਦਾਸ ਦਾ ਧੰਨਵਾਦ ਕਰਦਾ ਹਾਂ। ਨਰੂਦਾ ਤੇ ਨਾਜ਼ਮ ਸਾਡੇ ਆਪਣੇ ਕੈਂਪ ਦੇ ਬੰਦੇ ਹਨ, ਉਹਨਾਂ ਦਾ ਧੰਨਵਾਦ ਕਰਨ ਦੀ ਲੋੜ ਨਹੀਂ ਹੈ। ਮੈਂ ਥੋੜਾ ਇਹ ਸਮਝਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਕਿਹੋ ਜਿਹੇ ਪ੍ਰਭਾਵ ਸੀ ਉਹਦੀ ਕਵਿਤਾ ਤੇ ਕੀ ਉਹ ਖੁਦ ਇਸ ਗੱਲ ਤੋਂ ਅਵੇਅਰ ਸੀ, ਜਾਣੂ ਸੀ ਕਿ ਮੇਰੀ ਕਵਿਤਾ ਬਾਕੀ ਕਵੀਆਂ ਨਾਲੋਂ ਵੱਖਰੀ ਹੈ। ਮੇਰਾ ਖਿਆਲ ਹੈ ਕਿ ਉਹਨੂੰ ਇਸ ਗੱਲ ਦਾ ਅਹਿਸਾਸ ਸੀ ਸ਼ੁਰੂ ਤੋਂ ਹੀ, ਔਰ ਇਹੀ ਉਹਦੀ ਕੋਸ਼ਿਸ਼ ਵੀ ਸੀ ਕਿ ਮਤਲਬ ਉਹ ਕਵਿਤਾ ਜਿਹੜੀ ਲਿਖੇ ਉਹਦਾ ਕੋਈ ਅਰਥ ਹੋਵੇ, ਉਹਦੇ ਲਈ ਵੀ ਤੇ ਉਹਦੇ ਆਲੇ ਦੁਆਲੇ ਲੋਕਾਂ ਲਈ ਵੀ ਤੇ ਸਮਾਜ ਲਈ ਵੀ। ਕਿਉਂਕਿ ਉਹ ਸਮਾਜ ਨੂੰ ਜਿਸ ਤਰ੍ਹਾਂ ਦੇਖਦਾ ਸੀ, ਉਹਦੇ ਵਿੱਚ ਜਿਹੜੀਆਂ ਕਮੀਆਂ ਸੀਗੀਆਂ, ਉਹ ਕਮੀਆਂ ਨੂੰ ਦੂਰ ਕਰਨਾ ਚਾਹੁੰਦਾ ਸੀ। ਜਿਵੇਂ ਜਿਹੜੇ ਵੀ ਚਿੰਤਨ ਕਰਨ ਵਾਲੇ ਲੋਕ ਹੁੰਦੇ ਆ, ਚਾਹੇ ਉਹ ਕਵੀ ਹੋਣ ਜਾਂ ਮਤਲਬ ਕਿਸੇ ਹੋਰ ਉਹ ਖੇਤਰ ਦੇ ਵਿੱਚ ਸਰਗਰਮ ਹੋਣ। ਕਿਉਂਕਿ ਇੱਕ ਥਾਂ ਤੇ ਲਿਖਦੇ ਵੀ ਆ ਨਾ ਵੀ ਮੈਂ ਕਵੀਆਂ ਦੇ ਵਿੱਚ ਇਸ ਤਰ੍ਹਾਂ, ਸ਼ਾਇਰਾਂ ਦੀ ਸ਼ਾਇਦ ਮਹਿਫਿਲ ਦੇ ਵਿੱਚ ਇਸ ਤਰ੍ਹਾਂ ਗਿਣਿਆ ਜਾਂਦਾ ਹਾਂ ਜਿਵੇਂ ਭਖੇ ਹੋਏ ਮੁਜਰੇ ਵਿੱਚ ਕੋਈ ਹੱਡਾ ਰੋੜੀ ਦਾ ਕੁੱਤਾ ਆ ਵੜੇ। ਬਿਲਕੁਲ, ਉਹਨੂੰ ਇਸ ਗੱਲ ਦਾ ਪੂਰਾ ਅਹਿਸਾਸ ਸੀਗਾ ਕਿ ਜਿਸ ਕਿਸਮ ਦੀ, ਕਿਉਂਕਿ ਜਿਹੜੀ ਹਮੇਸ਼ਾ ਹੀ ਸਾਰਿਆਂ ਤਕਰੀਬਨ ਸਮਾਜਾਂ ਦੇ ਵਿੱਚ ਇਹ ਗੱਲ ਵੀ ਚੱਲਦੀ ਰਹਿੰਦੀ ਆ ਵੀ ਜਿਹੜਾ ਲੇਖਕ ਆ ਉਹਦਾ ਕੀ ਸਮਾਜ ਦੇ ਨਾਲ ਜਾਂ ਉਹਦੀ ਲਿਖਤ ਦਾ ਸਮਾਜ ਦੇ ਨਾਲ ਕੀ ਸੰਬੰਧ ਹੋਵੇ। ਇਹ ਬੜੀ ਵੱਡੀ ਹੈਗੀ ਕਿ ਕਲਾ ਲਈ ਆ ਜਾਂ ਕਲਾ ਸਮਾਜ ਲਈ ਆ, ਬਿਲਕੁਲ, ਹੈ ਨਾ। ਸੋ ਜਿਹੜੇ ਲੋਕ ਕਲਾ ਸਮਾਜ ਲਈ ਦੇ ਨਜ਼ਰੀਏ ਨਾਲ ਜੀਦੇ ਆ ਜਾਂ ਇਹ ਸਮਝਦੇ ਆਲੇ ਦੁਆਲੇ ਦੇਖਦੇ ਆ, ਉਹਨਾਂ ਲੋਕਾਂ ਲਈ ਫਿਰ ਗੱਲ ਵੱਖਰੀ ਹੋ ਜਾਂਦੀ ਆ। ਪਾਸ਼ ਉਹਨਾਂ ਲੋਕਾਂ 'ਚੋਂ ਸੀ ਜਿਹੜੇ ਇਹ ਮਹਿਸੂਸ ਕਰਦੇ ਸੀ ਕਿ ਜਿਹੜੀ ਕਲਾ ਆ ਉਹ ਸਮਾਜ ਲਈ ਹੋਣੀ ਚਾਹੀਦੀ ਹੈ, ਪਰ ਕਲਾ ਜ਼ਰੂਰ ਹੋਣੀ ਚਾਹੀਦੀ ਹੈ। ਉਹਨਾਂ ਦੀ ਕਵਿਤਾ ਦੇ ਵਿੱਚ ਆਪਾਂ ਦੇਖਦੇ ਵੀ ਉਸ ਕਿਸਮ ਦੀ ਕਲਾ, ਇਸੇ ਕਰਕੇ ਉਹ ਹਜੇ ਵੀ ਲੋਕਾਂ ਨੂੰ ਹੈਰਾਨ ਕਰਦੀ ਆ, ਆਪਣੇ ਵੱਲ ਖਿੱਚਦੀ ਆ। ਸੋ ਉਹਨਾਂ ਦੇ ਲਈ ਜਿਹੜਾ ਸਮਾਜ ਉਹ ਮਹੱਤਵਪੂਰਨ ਸੀ ਔਰ ਉਹਦੇ ਵਿੱਚ ਜਿਹੜੀ ਤਬਦੀਲੀ ਦੀ ਲੋੜ ਸੀ ਉਹਦੇ ਲਈ ਉਹ ਗੱਲਬਾਤ ਕਰਦੇ ਸੀ। ਹਾਂ, ਉਹਨਾਂ ਨੇ ਮਤਲਬ ਬੜਾ ਪੜ੍ਹਦੇ ਸੀ ਉਹ। ਜਦੋਂ ਤੁਸੀਂ ਫਤਕਲਾ ਜਿਹੜੀਆਂ ਉਹ 2-3 ਕਿਤਾਬਾਂ ਜਿਵੇਂ ਪਹਿਲਾਂ ਜ਼ਿਕਰ ਕੀਤਾ, ਉਹਨਾਂ ਦੇ ਫਾਦਰ ਸਾਹਿਬ ਨੇ ਸੋਹਣ ਸਿੰਘ ਸੰਧੂ ਹੋਰਾਂ ਨੇ ਉਹ ਸੰਪਾਦਿਤ ਕੀਤੀਆਂ, ਸਾਹਿਤ ਦਾ ਸਾਗਰ, ਪਾਸ਼ ਦਾ ਵਾਰਤਕ, ਪਾਸ਼ ਸੂਰਜ ਸੀ, ਇਸ ਕਿਸਮ ਦੀਆਂ 3 ਮੋਟੀਆਂ ਕਿਤਾਬਾਂ ਆ। ਉਹਨਾਂ ਦੇ ਵਿੱਚ ਤੁਸੀਂ ਦੇਖੋ ਕਿ ਉਹਨੇ ਕਿੰਨੀ ਜ਼ਿਆਦਾ ਲਿਖਿਆ ਔਰ ਉਹਦੇ ਜਿਹੜੇ ਲੋਕਾਂ ਦੇ ਨਾਲ ਉਹਦਾ ਸੰਵਾਦ ਸੀ, ਖਾਤਿਆ ਜਿਹੜੇ ਉਹਦੇ, ਉਹ ਤੁਸੀਂ ਪੜ੍ਹੋ, ਉਹਨਾਂ ਦੇ ਵਿੱਚੋਂ ਤੁਹਾਨੂੰ ਇੱਕ ਵੱਖਰਾ ਜਿਹੜਾ ਪਾਸ਼ ਦਾ ਜਿਹੜਾ ਉਹ ਸ਼ਖਸੀਅਤ ਜਿਹੜੀ ਉੱਭਰਦੀ ਹੈਗੀ ਆ। ਸੋ ਜਿਹੜੀ ਉਹਦੇ ਉੱਤੇ ਜਿਵੇਂ ਕਈਆਂ ਲੋਕਾਂ ਨੇ ਉਹ ਇਸ ਕਿਸਮ ਦੇ ਲੇਖ ਵੀ ਲਿਖੇ ਆ ਇਸ ਟਾਈਟਲ ਦੇ, ਪਾਸ਼ ਤੇ ਨਰੂਦਾ, ਹੈ ਨਾ, ਜਾਂ ਮਤਲਬ ਜਿਹੜੇ ਦੂਜੇ ਹੋਰ ਕਵੀ ਹੋਏ ਆ ਦੁਨੀਆ ਦੇ ਜਿਨ੍ਹਾਂ ਨੇ ਇਸ ਕਿਸਮ ਦਾ ਪ੍ਰਭਾਵ ਜਿਹੜਾ ਉਹ ਪੈਦਾ ਕੀਤਾ। ਨਰੂਦਾ ਇੱਕ ਬਹੁਤ ਵੱਡਾ ਨਾਂ ਆ, ਹੈ ਨਾ, ਪਾਬਲੋ ਨਰੂਦਾ। ਉਹਦੇ ਬਾਰੇ ਪਾਸ਼ ਦੇ ਵੀ ਜਿਹੜੇ ਵਿਚਾਰਿਆ ਜਾਂ ਪਾਸ਼ ਜਿਹੜੇ ਇਸ ਕਿਸਮ ਦੇ ਲੋਕਾਂ ਨੂੰ ਪੜ੍ਹਦਾ ਸੀ। ਮਤਲਬ ਜਿਵੇਂ ਆਪਾਂ ਭਗਤ ਸਿੰਘ ਦੀ ਜਦੋਂ ਗੱਲ ਕਰੀਏ ਤਾਂ ਆਪਾਂ ਮਤਲਬ ਕਰਦੇ ਹਾਂ ਕਿ ਉਹ ਕਿਸ ਕਿਸਮ ਦੀ ਛੋਟੀ ਉਮਰ ਵਿੱਚ ਕੁਛ ਪੜ੍ਹਦਾ ਸੀ। ਇਸੇ ਤਰ੍ਹਾਂ ਪਾਸ਼ ਵੀ ਇੱਕ ਜਿਹੜਾ ਉਹ ਇਕੱਲਾ ਕਵੀ ਨਹੀਂ ਸੀ, ਉਹ ਇੱਕ ਪਾਠਕ ਸੀ। ਪਾਠਕ ਵੀ ਇੱਕ ਬਹੁਤ ਜ਼ਿਆਦਾ ਸੂਝਵਾਨ ਜਿਹੜਾ ਹਰ ਚੀਜ਼ ਨੂੰ ਮਤਲਬ ਪੂਰੀ ਤਰ੍ਹਾਂ ਸਮਝਣਾ ਚਾਹੁੰਦਾ ਸੀਗਾ। ਸੋ ਉਹਦੀਆਂ ਜਿਹੜੀਆਂ ਲਿਖਤਾਂ ਆ, ਉਹ ਜਿਹੜੀ ਵਾਰਤਕ ਆ ਉਹਦੀ, ਜਿਹੜੀਆਂ ਉਹਦੀਆਂ ਚਿੱਠੀਆਂ ਆ,
ਉਹਨਾਂ 'ਚੋਂ ਅਸੀਂ ਦੇਖ ਸਕਦੇ ਹਾਂ ਕਿ ਉਹ ਕਿਸ ਤਰੀਕੇ ਨਾਲ ਜਿਹੜੀ ਤਰਕਸ਼ੀਲਤਾ ਆ ਜਾਂ ਜਿਹੜੀ ਸਮਾਜ ਦੇ ਵਿੱਚੋਂ ਜਿਹੜੇ ਮਤਲਬ ਗਲਤ ਰੁਝਾਨ ਜਿਹੜੇ ਸਾਡੇ ਤੁਰੇ ਆਉਂਦੇ ਸਦੀਆਂ ਤੋਂ, ਉਹਨਾਂ ਨੂੰ ਕਿਸ ਤਰੀਕੇ ਨਾਲ ਉਹ ਸਮਝਦਾ ਸੀ ਔਰ ਉਹਨਾਂ ਨੂੰ ਕਿਸ ਨਾਲ ਵੰਗਾਰਦਾ ਸੀਗਾ। ਇਹ ਮਤਲਬ ਉਹਦੇ 'ਤੇ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਇਸ ਕਿਸਮ ਦੇ ਲੋਕ ਜਿਹੜੇ ਉਹਨੇ ਪੜ੍ਹੇ ਹੋਣਗੇ ਉਹਨਾਂ ਦਾ ਪ੍ਰਭਾਵ ਸੀ। ਪਰ ਕਿਸੇ ਇੱਕ ਇਕੱਲੇ ਵਿਅਕਤੀ ਦਾ ਜੇ ਆਪਾਂ ਕਹਿ ਦਈਏ ਕਿ ਬਿਲਕੁਲ ਉਹਦੀ ਸੇਲ ਇੱਦਾਂ ਦੀ ਕੋਈ ਗੱਲ ਨਹੀਂ ਹੈ ਮੈਨੂੰ ਲੱਗਦੀ। ਪਰ ਉਹ ਸਮੇਂ ਦੇ ਜਾਂ ਉਹ ਤੋਂ ਪਹਿਲਾਂ ਹੋ ਚੁੱਕੇ ਉਸ ਕਿਸਮ ਦੇ ਸੂਝਵਾਨ ਲੋਕ, ਖਾਸ ਤੌਰ 'ਤੇ ਪ੍ਰੋਗਰੈਸਿਵ ਅਗਾਂਹਵਧੂ ਸੋਚ ਵਾਲੇ ਜਿਹੜੇ ਕਵੀ ਚਿੰਤਕ, ਉਹਨਾਂ ਨੂੰ ਪੜ੍ਹਦਾ ਸੀ ਔਰ ਉਸ ਕਿਸਮ ਦੀ ਜਿਹੜੀ ਆ ਉਹ ਗੱਲਬਾਤ ਕਰਦਾ ਸੀਗਾ। ਸੋ ਪ੍ਰਭਾਵ ਤਾਂ ਹਰ ਬੰਦਾ ਇੱਕ ਕਬੂਲਦਾ ਆ, ਉਹਨੇ ਵੀ ਬਹੁਤ ਕਬੂਲੇ ਹੋਣਗੇ, ਪਰ ਕਿਸੇ ਇੱਕ ਵਿਅਕਤੀ ਦਾ ਜਾਂ ਮਤਲਬ ਕਿਸੇ ਇੱਕ ਹੀ ਚੀਜ਼ ਦਾ ਲੈ ਕੇ ਇਹ ਮੈਂ ਨਹੀਂ ਸਮਝਦਾ ਵੀ ਉਹਦੇ ਵਿੱਚ ਸੀ। ਪਾਸ਼ ਨਾਲ ਜਿਹਨਾਂ ਲੋਕਾਂ ਦੀਆਂ ਦੋਸਤੀਆਂ ਰਹੀਆਂ ਉਹ ਬਹੁਤ ਜ਼ਿਕਰ ਕਰਦੇ ਰਹੇ ਆ, ਲਿਖਦੇ ਰਹੇ ਆ। ਸੁਰਿੰਦਰ ਧੰਜਲ ਹੁਣਾਂ ਨੇ ਆਪਣੀਆਂ ਕਵਿਤਾਵਾਂ ਦੇ ਵਿੱਚ ਵੀ ਉਹਨਾਂ ਦਾ ਜ਼ਿਕਰ ਕੀਤਾ, ਚਿੱਠੀਆਂ ਜਿਹੜੀਆਂ ਉਹਨਾਂ ਦੇ ਵਿੱਚ ਵੀ ਵੱਖ-ਵੱਖ ਤਰੀਕੇ ਦੇ ਨਾਲ ਜ਼ਿਕਰ ਆਉਂਦਾ ਹੈ। ਅੱਛਾ, ਬਹੁਤ ਸਾਰੇ ਇਹੋ ਜਿਹੇ ਲੋਕ ਸੀ ਜਿਹੜੇ ਪਾਸ਼ ਨਾਲੋਂ ਟੁੱਟ ਵੀ ਗਏ ਸੀ। ਪਾਸ਼ ਦਾ ਵਿਰੋਧ ਕਰਨ ਦਾ ਵੱਡਾ ਕਾਰਨ ਕੀ ਸੀ ਤੇ ਆਖਿਰਕਾਰ ਪਾਸ਼ ਦੀ ਜਿਹੜੀ ਬਲੀ ਦਿੱਤੀ ਗਈ ਹੈ ਉਹ ਵੀ ਸ਼ਾਇਦ ਉਹਦੇ ਵਿਚਾਰਾਂ ਕਰਕੇ ਹੀ ਸੀ, ਭਾਵੇਂ ਉਸ ਚੀਜ਼ ਨੂੰ ਬਾਅਦ 'ਚ ਤੋੜ ਮਰੋੜ ਕੇ ਕਈ ਤਰੀਕੇ ਦੇ ਨਾਲ ਉਹਨੂੰ ਇੰਟਰਪ੍ਰੈਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੀ ਖਿਆਲ ਹੈ? ਨਹੀਂ, ਬਿਲਕੁਲ ਜਿਹੜੀ ਉਹਦਾ ਕਤਲ ਹੋਇਆ ਉਹ ਤਾਂ ਬਿਲਕੁਲ ਮਤਲਬ ਜਿਹੜੀ ਉਹਦੇ ਖਾਲਿਸਤਾਨ ਦੀ ਉਹ ਵਿਰੋਧਤਾ ਕਰਦਾ ਸੀ। ਜਦੋਂ ਉਹ ਕੈਲੀਫੋਰਨੀਆ ਵਿੱਚ ਰਹਿ ਰਿਹਾ ਸੀ ਆਪਣੀ ਭੈਣ ਦੇ ਘਰ, ਉੱਥੇ ਉਹਨੇ ਜਿਹੜਾ ਇੱਕ ਪਰਚਾ ਕੱਢਦਾ ਸੀ ਐਂਟੀ 47, ਉਹਦੇ ਵਿੱਚ ਉਹ ਸਿੱਧੇ ਤੌਰ ਤੇ ਖਾਲਿਸਤਾਨ ਦੀ ਵਿਰੋਧਤਾ ਕਰਦਾ ਸੀਗਾ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਤੇ ਉਸ ਕਰਕੇ ਉਹਦਾ ਕਤਲ ਕੀਤਾ ਗਿਆ। ਪਰ ਜਿਹੜੇ ਦੂਜੇ ਲੋਕ ਉਹ ਕਿਉਂਕਿ ਉਹ ਛੋਟੀ ਉਮਰ ਦੇ ਵਿੱਚ ਹੀ ਬਹੁਤ ਲੋਕਾਂ ਦਾ ਧਿਆਨ ਖਿੱਚਦਾ ਸੀ, ਉਹਦੀ ਆਪਣੀ ਜਿਹੜੀ ਸ਼ਖਸੀਅਤ ਸੀਗੀ ਉਹ ਬੜੀ ਕਮਾਲ ਦੀ ਸੀ। ਮੈਨੂੰ ਸਿਰਫ ਇੱਕੋ ਵਾਰੀ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ 1976 ਦੇ ਵਿੱਚ। ਪਹਿਲੀ ਵਾਰੀ ਮੈਂ ਇੰਡੀਆ ਨੂੰ ਗਿਆ ਸੀਗਾ 8-9 ਸਾਲ ਬਾਅਦ, ਤੇ ਲੁਧਿਆਣੇ ਸਾਡੇ ਨਾਲ ਮੈਨੂੰ ਯਾਦ ਹੈ ਕਿ ਇੱਕ ਜਸਵੰਤ ਖੜਕੜ ਸੀਗੇ, ਉਦੋਂ ਕਵਿਤਾ ਲਿਖਦੇ ਹੁੰਦੇ ਸੀ ਨੌਜਵਾਨ, ਉਹ ਸੀਗੇ ਨਾਲ। ਤੇ ਉਦੋਂ ਉਹਨਾਂ ਨੇ, ਅਸੀਂ ਇੱਕ ਚਾਹ ਦੀ ਦੁਕਾਨ ਤੇ ਬੈਠੇ ਸੀ, ਜਿੰਨੇ ਕੁ ਮਿੰਟ ਬੈਠੇ ਉਹਨਾਂ ਨੇ ਮਤਲਬ 1 ਜਾਂ 2 ਕਵਿਤਾਵਾਂ ਸੁਣਾਈਆਂ ਆਪਣੀਆਂ, ਬਿਲਕੁਲ ਸਭ ਕੁਛ ਮੂੰਹ ਜ਼ਬਾਨੀ ਐ ਨੇ। ਮਤਲਬ ਮੈਨੂੰ ਹਜੇ ਵੀ ਜਿੱਦਾਂ ਨਾ ਪੂਰਾ ਤਸਵੀਰ ਤਾਂ ਨਹੀਂ ਯਾਦ ਕਿਉਂਕਿ ਬਹੁਤ ਦੇਰ ਹੋ ਗਈ ਆ, ਪਰ ਮੈਨੂੰ ਐਨ ਪੂਰਾ ਇਸ ਗੱਲ ਦਾ ਜਿੱਦਾਂ ਅਹਿਸਾਸ ਜਿਹਾ ਹੋ ਜਾਂਦਾ ਜਦੋਂ ਮੈਂ ਉਹਨੂੰ ਚੇਤਾ ਕਰਦਾ ਉਸ ਗੱਲ ਨੂੰ। ਇਸ ਕਿਸਮ ਦਾ ਹੋ ਸਕਿਆ ਮੈਨੂੰ ਉਹ ਬਿਲਕੁਲ ਕੁਛ ਪਲ ਜਿਹੜੇ ਉਹਦੇ ਨਾਲ ਬਿਤਾਏ ਅਜੇ ਤੱਕ ਨਹੀਂ ਭੁੱਲੇ ਹੈ। ਸੋ ਇਸ ਕਿਸਮ ਦੀ ਉਹਦੀ ਸ਼ਖਸੀਅਤ ਸੀਗੀ। ਇਹਦੇ ਤੋਂ ਕੁਛ ਲੋਕ ਚਿੜਦੇ ਵੀ ਸੀਗੇ, ਹੈ ਨਾ। ਕੁਛ ਲੋਕ ਉਹਨੂੰ ਮਤਲਬ ਕਹਿੰਦੇ ਵੀ ਕੁਛ ਲੋਕਾਂ ਨੇ ਫੂਕ ਦੇ ਦਿੱਤੀ, ਇਸ ਕਰਕੇ ਮਸ਼ਹੂਰ ਹੋ ਗਿਆ, ਹੈ ਨਾ। ਮੈਂ ਜਿਹੜਾ ਉਹਨਾਂ ਦੀ ਕਤਲ ਤੋਂ ਛੇਤੀ ਬਾਅਦ ਇੱਕ ਲੇਖ ਲਿਖਿਆ ਸੀਗਾ, ਪਾਸ਼ ਦਾ ਕਾਵਿ ਸਬਰ ਇੱਕ ਸੰਖੇਪ ਅਧਿਐਨ, ਉਹਦੇ ਵਿੱਚ ਮੈਂ ਇਸ ਕਿਸਮ ਦੀਆਂ ਕੁਛ ਗੱਲਾਂ ਦਾ ਜ਼ਿਕਰ ਕੀਤਾ ਸੀਗਾ ਵੀ ਜਿਹੜੇ ਕੁਛ ਲੋਕ ਉਹਦੀ ਵਿਰੋਧਤਾ ਕਰਦੇ ਆ ਜਾਂ ਉਹਨੂੰ ਸਮਝਿਆ ਕਿ ਇਹਨੂੰ ਉੱਦਾਂ ਹੀ ਜਿਹੜੀ ਪ੍ਰਸਿੱਧਤਾ ਮਿਲ ਰਹੀ ਹੈਗੀ ਆ, ਉਹਨਾਂ ਬਾਰੇ ਮੈਂ ਇਹਦੇ ਵਿੱਚ ਕੀਤੇ ਕਿੰਤੂ ਉਹਨਾਂ ਲੋਕਾਂ ਬਾਰੇ। ਤੇ ਉਹਨਾਂ ਦਾ ਜਾਣੀ ਕਿ ਕੋਈ ਇਸ ਕਿਸਮ ਦੀ ਗੱਲਬਾਤ ਨਹੀਂ ਸੀ। ਜਿਹੜੀ ਉਹਦੀ ਕਵਿਤਾ ਆ ਉਹਨੂੰ ਨਹੀਂ ਸੀ ਉਹ ਕਿਸੇ ਤਰ੍ਹਾਂ ਵੀ ਮਤਲਬ ਕੰਡਮ ਕਰ ਸਕਦੇ। ਜੋ ਕੁਛ ਉਹ ਲਿਖਦਾ ਸੀ, ਉਹ ਕਹਿੰਦਾ ਸੀ, ਉਹਦੀ ਸ਼ਖਸੀਅਤ ਕਰਕੇ ਕੁਛ ਲੋਕ ਉਹਦੇ ਤੋਂ ਮਤਲਬ ਇਸ ਕਿਸਮ ਦਾ ਖਾਰ ਕਹਿ ਸਕਦੇ ਆਪਾਂ ਪੰਜਾਬੀ ਜਿਹੜਾ ਕਹਿੰਦੇ ਖਾਰ ਖਾਂਦੇ ਸੀਗੇ। ਸੋ ਮੈਂ ਸਮਝਦਾ ਕਿ ਉਹ ਲੋਕ ਜਿਵੇਂ ਉਹਦੀ ਕਤਲ ਤੋਂ ਬਾਅਦ ਜਿਵੇਂ ਉਹਦੀ ਜਿਹੜੀ ਲੋਕਾਂ ਦੇ ਵਿੱਚ ਕਵਿਤਾ ਜਿਹੜੀ ਉਹਦੀ ਹੋਈ, ਮਸ਼ਹੂਰ ਹੋਈ ਜਾਂ ਲੋਕਾਂ ਦੇ ਵਿੱਚ ਉਹਨੂੰ ਮਾਨਤਾ ਮਿਲੀ, ਉਹ ਸਾਰੇ ਲੋਕ ਜਿਹੜੇ ਹੌਲੀ ਹੌਲੀ ਉਹਨਾਂ ਨੇ ਆਪਣੇ ਆਪ ਨੂੰ ਸ਼ਾਂਤ ਕਰ ਲਿਆ। ਉਹਦੇ ਨਾਲ ਮੇਰਾ ਖਿਆਲ ਨਹੀਂ ਕੋਈ ਇਸ ਕਿਸਮ ਦਾ ਤੁਹਾਨੂੰ ਬੰਦਾ ਹੁਣ ਮਿਲੇ ਜਿਹੜਾ ਕਹੇ ਵੀ ਪਾਸ਼ ਕੋਈ ਚੀਜ਼ ਨਹੀਂ ਸੀਗਾ, ਕਿਉਂਕਿ ਉਹਦੀਆਂ ਤੁਸੀਂ 3 ਜਿਹੜੀਆਂ ਉਹਦੀਆਂ ਕਿਤਾਬਾਂ ਆ, ਹੈ ਨਾ, ਉਹ ਤਿੰਨੇ ਕਿਤਾਬਾਂ ਜਿਹੜੀਆਂ ਆ, ਪਹਿਲੀ ਲੋਕ ਕਥਾ ਸੀਗੀ, ਹੈ ਨਾ, ਤੇ ਦੂਜੀ ਸੀ ਉੜਦੇ ਬਾਜਾਂ ਮਗਰ, ਤੇ ਤੀਜੀ ਸਾਡੇ ਸਮਿਆਂ ਵਿੱਚ। ਉਹਨਾਂ ਤਿੰਨਾਂ ਦੇ ਵਿੱਚ ਹੀ ਇੱਕ ਤੁਸੀਂ ਦੇਖ ਸਕਦੇ ਕਵੀ ਦਾ ਵਿਕਾਸ ਹੋ ਰਿਹਾ। ਪਹਿਲੀ ਕਵਿਤਾ ਦੇ ਵਿੱਚ ਮਤਲਬ ਇੱਕ ਵੱਖਰੀ ਕਿਸਮ ਦਾ ਬੜੀਆਂ ਸਿੱਧੀਆਂ ਗੱਲਾਂ ਕਰਨ ਵਾਲਾ, ਜਿਹਦੇ ਉੱਤੇ ਲੋਕੀ ਕਿੰਤੂ ਕਰਦੇ ਵੀ ਸੀ, ਕਰ ਵੀ ਸਕਦੇ ਸੀ, ਵੀ ਇਹਨੂੰ ਉੱਦਾਂ ਹੀ ਮਤਲਬ ਇੰਨੀ ਲੋਕੀ ਪਸੰਦ ਕਰਦੇ ਆ ਜਿਹਨੂੰ ਆਲੇ ਦੁਆਲੇ ਜਿਹੜੀ ਮਾਨਤਾ ਮਿਲ ਰਹੀ ਆ। ਪਰ ਜਿਉਂ ਉਹ ਤੀਜੀ ਕਿਤਾਬ ਤੱਕ ਪਹੁੰਚਿਆ, ਤੀਜੀ ਕਿਤਾਬ ਦੇ ਵਿੱਚ ਇੰਨੀ ਡੂੰਘਾਈ ਆ ਉਹਦੀ ਵੀ ਬਹੁਤ ਘੱਟ ਕਵਿਤਾਵਾਂ ਜਿਹੜੀਆਂ ਪੰਜਾਬੀ ਦੇ ਵਿੱਚ ਉਸ ਕਿਸਮ ਦੀ ਡੂੰਘਾਈ ਵਾਲੀ ਸਿੱਧੀ ਗੱਲ ਕਰਨ ਵਾਲੀਆਂ, ਸਮਾਜ ਦੇ ਫਿਕਰ ਵਾਲੀਆਂ, ਹੈ ਨਾ। ਮਤਲਬ ਹੁਣ ਉਹਦੀ ਬਹੁਤ ਸਾਰੀਆਂ ਜਿਹੜੀਆਂ ਕਵਿਤਾਵਾਂ ਆਪਾਂ ਜਾਣਦੇ ਹੋ ਸਾਰੇ ਲੋਕ, ਯੁੱਧ ਤੇ ਸ਼ਾਂਤੀ, ਹੈ ਨਾ, ਅਸੀਂ ਜਿਨ੍ਹਾਂ ਨੇ ਯੁੱਧ ਨਹੀਂ ਕੀਤਾ ਤੇਰੇ ਸਾਊ ਪੁੱਤ ਨੇ ਹੈ ਜ਼ਿੰਦਗੀ, ਹੈ ਨਾ। ਇਸੇ ਤਰ੍ਹਾਂ ਹੀ ਸੁਪਨਿਆਂ ਦਾ ਮਰ ਜਾਣਾ, ਹੈ ਨਾ। ਮਤਲਬ ਇਸ ਕਿਸਮ ਦੀਆਂ ਬਹੁਤ ਸਾਰੀਆਂ ਉਹਦੀਆਂ ਕਵਿਤਾਵਾਂ ਜਿਹੜੀਆਂ ਲੋਕ ਮਤਲਬ ਹੁਣ ਵੀ ਪੜ੍ਹਦੇ ਆ, ਯਾਦ ਕਰਦੇ ਆ, ਉਹਨੂੰ ਯਾਦ ਕਰਦੇ ਉਹਨਾਂ ਕਵਿਤਾਵਾਂ ਦੇ ਨਾਲ। ਉਹਨਾਂ ਦੇ ਵਿੱਚ ਮਤਲਬ ਤੁਸੀਂ ਜਿਹੜਾ ਖਾਸ ਤੌਰ 'ਤੇ ਜਿਹੜਾ ਉਹਦਾ ਕਵੀ ਦੇ ਤੌਰ 'ਤੇ ਵਿਕਾਸ ਆ,
ਉਹ ਤੁਸੀਂ ਉਹਨਾਂ 3 ਕਿਤਾਬਾਂ ਦੇ ਵਿੱਚੋਂ ਦੇਖ ਸਕਦੇ ਆ। ਨਾਲ ਜਿਵੇਂ ਆਪਾਂ ਪਹਿਲਾਂ ਜ਼ਿਕਰ ਕੀਤਾ, ਜਿਹੜੀ ਉਹਦੀ ਵਾਰਤਕ ਨਾਲ ਉਹ ਲਿਖਦਾ ਰਿਹਾ ਡਾਇਰੀਆਂ ਦੇ ਵਿੱਚ ਜਾਂ ਚਿੱਠੀਆਂ ਦੇ ਰਾਹੀਂ, ਉਹ ਵੀ ਉਹ ਸਭ ਕੁਝ ਦਰਜ ਕਰਦਾ ਰਿਹਾ। ਉਹਦੇ ਨਾਲ ਜਿਹੜੀ ਸਾਡੇ ਕੋਲ ਇਸ ਵੇਲੇ ਪਾਸ਼ ਦੀ ਇੱਕ ਸ਼ਖਸੀਅਤ ਆ, ਬੜੀ ਠੋਸ ਕਿਸਮ ਦੀ, ਔਰ ਇੱਕ ਬਹੁਤ ਇਹੋ ਜਿਹੇ ਮਤਲਬ ਵਿਅਕਤੀ ਦੀ ਆ ਜਿਹੜਾ ਸੱਚਮੁੱਚ ਜਿਹਨੂੰ ਯਾਦ ਕਰਨ ਦੀ ਲੋੜ ਆ, ਯਾਦ ਕਰਨਾ ਚਾਹੀਦਾ। ਔਰ ਉਹਦੇ ਤੋਂ ਸਾਨੂੰ ਮਤਲਬ ਚਾਹੀਦਾ ਕਿ ਸਾਡੀ ਗਾਹਾਂ ਦੀਆਂ ਜਿਹੜੀਆਂ ਪੀੜ੍ਹੀਆਂ ਆ ਉਹਨੂੰ ਮਤਲਬ ਉਸ ਤਰੀਕੇ ਨਾਲ ਸਮਝਣ ਅਤੇ ਉਹਦੇ ਤੋਂ ਉਸ ਕਿਸਮ ਦਾ ਪ੍ਰਭਾਵ ਜਿਹੜਾ ਉਹ ਅਸਰ ਜਿਹੜਾ ਕਬੂਲ ਕਰਨ, ਤਾਂ ਕਿ ਅਸੀਂ ਸਮਾਜ ਨੂੰ ਕਿਸੇ ਵਧੀਆ ਪਾਸੇ ਲਿਜਾ ਸਕੀਏ। ਸਾਡੇ ਪੰਜਾਬੀ ਸਮਾਜ ਦੀ ਜਿਹੜੀ ਇੱਕ ਮੇਰੇ ਹਿਸਾਬ ਦੇ ਨਾਲ ਜਿਹੜੀ ਸਮੱਸਿਆ ਆ ਉਹ ਇਹ ਹੈ ਕਿ ਅਸੀਂ ਬਹੁਤ ਕਾਮਯਾਬ ਲੋਕ ਹੈਗੇ ਹਾਂ, ਪਰ ਬੌਧਿਕ ਪੱਖੋਂ ਅਸੀਂ ਬੜੇ ਕੰਗਾਲ ਆ। ਸੋ ਇਸ ਕਿਸਮ ਦੀ ਜਿਹੜੀਆਂ ਸ਼ਖਸੀਅਤਾਂ ਸਾਡੀਆਂ, ਉਹਨਾਂ ਦੇ ਬਾਰੇ ਗੱਲਬਾਤ ਹੁੰਦੀ ਰਹੇ, ਮਤਲਬ ਉਹ ਉਹਨਾਂ ਬਾਰੇ ਚਰਚਾ ਹੁੰਦੀ ਰਹੇ, ਉਹਨਾਂ ਦੀਆਂ ਕਵਿਤਾਵਾਂ ਬਾਰੇ ਗੱਲਬਾਤ ਹੁੰਦੀ ਰਹੇ। ਮੈਂ ਸਮਝਦਾ ਕਿ ਇਹ ਆਪਣੇ ਆਪ ਵਿੱਚ ਵਧੀਆ ਗੱਲ ਹੋਊਗੀ, ਜਿਹੜੀ ਗਾਹਾਂ ਦੀ ਆਉਣ ਵਾਲੀਆਂ ਪੀੜ੍ਹੀਆਂ ਆ ਉਹਨਾਂ ਨੂੰ ਇੱਕ ਵਧੀਆ ਬੌਧਿਕ ਪੱਧਰ ਦੇ ਉੱਤੇ ਲਿਜਾਣ ਦੇ ਲਈ। ਮੈਂ ਸਾਧੂ ਬੈਨਿੰਗ ਜੀ ਕੱਲ੍ਹ ਵੀ ਕਵਿਤਾਵਾਂ ਉਹਨਾਂ ਦੀਆਂ ਕਈ ਪੜ੍ਹੀਆਂ, ਕੁਝ ਹੋਰ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ। ਜਿਵੇਂ ਆਪਾਂ ਪਹਿਲਾਂ ਗੱਲ ਕਰਕੇ ਹਟੇ ਹਾਂ ਕਿ ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਉਹਨਾਂ ਦੀਆਂ ਕਵਿਤਾਵਾਂ ਟਰਾਂਸਲੇਟ ਹੋਈਆਂ। ਇੱਕ ਰਵੀਸ਼ ਕੁਮਾਰ ਹੁਣਾਂ ਨੂੰ ਮੈਂ ਸੁਣ ਰਹੀ ਸੀ, ਜਿਹਦੇ ਵਿੱਚ ਉਹ ਰਵੀਸ਼ ਕੁਮਾਰ ਵੀ ਗੱਲ ਕਰਦੇ ਆ ਕਿ ਵੀ ਪਾਸ਼ ਮੇਰਾ ਬਹੁਤ ਪਸੰਦੀਦਾ ਕਵੀ ਹੈ ਨਾ। ਪਾਸ਼ ਖੁਦ ਵੀ ਪੱਤਰਕਾਰੀ ਕਰਦਾ ਰਿਹਾ, ਮੈਗਜ਼ੀਨ ਕੱਢਦਾ ਰਿਹਾ। ਮੇਰੇ ਖਿਆਲ ਕਈ ਮੈਗਜ਼ੀਨ ਜਿਹੜੇ ਉਹਨਾਂ ਨੇ ਕੋਸ਼ਿਸ਼ ਕੀਤੀ ਉਹਨਾਂ ਨੂੰ ਕੱਢਣ ਦੀ। ਉਹਦੇ ਵਿੱਚ ਮੈਂ ਸੁਣ ਕੇ ਹੈਰਾਨ ਸੀ ਇਸ ਗੱਲ ਦੀ ਕਿ ਪਾਸ਼ ਦੀ ਕਵਿਤਾ 'ਤੇ ਕਈ ਥਾਈਂ ਜਿੱਥੇ ਉਹ ਪੜ੍ਹਾਈ ਜਾ ਰਹੀ ਹੈ ਉੱਤੇ ਪਾਬੰਦੀ ਲਾਉਣ ਦੀ ਵੀ ਜਿਹੜੀ ਯੋਜਨਾ ਹੈ, ਸ਼ਾਇਦ ਕੁਝ ਥਾਵਾਂ 'ਤੇ ਪਾਬੰਦੀ ਲੱਗੀ ਵੀ ਹੈਗੀ ਆ। ਪਾਸ਼ ਨੂੰ ਮਾਰ ਦਿੱਤਾ ਜਾਣਾ ਵੀ ਉਹਦੀ ਆਵਾਜ਼ ਬੰਦ ਕਰਾਉਣ ਦਾ ਹੀ ਉਹਦਾ ਅਰਥ ਲਿਆ ਜਾਊਗਾ। ਇਹ ਵੱਖਰੀ ਗੱਲ ਹੈ ਕਿ ਲੋਕ ਸਿਲੈਕਟਿਵ ਹੋ ਕੇ ਆਵਾਜ਼ ਸੁਣਦੇ ਆ, ਜਿਵੇਂ ਤੁਸੀਂ ਕਹਿ ਕੇ ਹਟੇ ਆ ਕਿ ਕਵਿਤਾ ਤੇ ਕਿਸੇ ਨੂੰ ਇਤਰਾਜ਼ ਨਹੀਂ ਸੀ, ਉਹ ਇਤਰਾਜ਼ ਕਿਸੇ ਹੋਰ ਚੀਜ਼ ਤੇ ਸੀ। ਮਾਰਨ ਵਾਲਿਆਂ ਨੂੰ ਸ਼ਾਇਦ ਇਹ ਵੀ ਨਹੀਂ ਪਤਾ ਕਿ ਹਰ ਸਾਲ ਜਿਸ ਦਿਨ ਉਹਨਾਂ ਨੇ ਕਤਲ ਕੀਤਾ, ਮੇ ਬੀ ਉਹਨਾਂ ਨੇ ਉਸ ਦਿਨ ਮਿੱਥ ਕੇ ਕਤਲ ਨਹੀਂ ਕੀਤਾ, ਸ਼ਾਇਦ ਉਹ ਗਲਤੀ ਇਸ ਗੱਲ ਦੀ ਆਪਣੀ ਮਹਿਸੂਸ ਕਰਦੇ ਹੋਣਗੇ ਕਿ ਅੱਗੇ ਪਿੱਛੇ ਕੋਈ ਹੋਰ ਦਿਨ ਚੁਣ ਲੈਂਦੇ। ਹੁਣ ਤਾਂ ਖਾਸ ਤੌਰ ਤੇ ਸ਼ਹੀਦ ਭਗਤ ਸਿੰਘ ਦੇ ਨਾਲ ਪਾਸ਼ ਨੂੰ ਯਾਦ ਕੀਤਾ ਹੀ ਜਾਂਦਾ ਹੈ, ਭੁੱਲ ਹੀ ਨਹੀਂ ਸਕਦਾ ਕੋਈ ਵੀ ਉਹਨਾਂ ਨੂੰ। ਮਤਲਬ 23 ਮਾਰਚ ਦਾ ਦਿਨ ਹੈ ਜਿਹੜਾ, ਉਹ ਪਹਿਲਾਂ ਹੀ ਸਾਡੇ ਲਈ ਇੱਕ ਬਹੁਤ ਵੱਡਾ ਦਿਨ ਸੀ, ਸੋਗਮਈ ਦਿਨ ਸੀ, ਪਰ ਬਹੁਤ ਵੱਡਾ ਦਿਨ ਸੀ ਜੀ। ਉਹਦੇ ਨਾਲ ਪਾਸ਼ ਦਾ ਵੀ ਉਸੇ ਦਿਨ, ਪਾਸ਼ ਦੇ ਸਾਥੀ ਦਾ ਵੀ ਉਸ ਦਿਨ ਹੀ ਕਤਲ ਕੀਤਾ ਜਾਣਾ ਆਪਣੇ ਆਪ ਦੇ ਵਿੱਚ ਸਾਡਾ ਜਿਹੜਾ ਇਤਿਹਾਸ ਆ ਉਹਦੇ ਤੇ ਉਹ ਦਿਨ ਜਿਹੜਾ ਆ ਉਹ ਪੱਕੇ ਤੌਰ ਤੇ ਮਤਲਬ ਸਥਾਪਿਤ ਹੋ ਗਿਆ। 23 ਮਾਰਚ 1988 ਤੋਂ ਉਹਨਾਂ ਦਾ ਕਤਲ ਹੋਇਆ ਸੀ, ਤੇ ਉਹ ਦਿਨ ਆ ਜਿਹੜਾ ਭਗਤ ਸਿੰਘ ਉਹਨਾਂ ਦੀ ਸ਼ਹੀਦੀ ਦੇ ਨਾਲ ਰਲ ਕੇ ਇੱਕ ਬਹੁਤ ਵੱਡਾ ਦਿਨ ਹੈ ਸਾਡੇ ਲਈ, ਉਹਨਾਂ ਨੂੰ ਯਾਦ ਕਰਨ ਦਾ ਦਿਨ ਆ। ਸੋ ਜਿਹੜੀ ਮਤਲਬ ਉਹਦੇ ਨਾਲ ਅਸੀਂ ਇਹ ਮਤਲਬ ਜਿਹੜੀ ਸਾਡਾ ਸਾਹਿਤ ਆ ਉਹਦੇ ਲਈ ਵੀ ਇਹ ਗੱਲ ਬਹੁਤ ਮਹੱਤਵਪੂਰਨ ਆ ਕਿ ਅਸੀਂ ਘੱਟੋ ਘੱਟ ਉਹਨਾਂ ਦੇ ਦਿਨਾਂ ਦੇ ਉੱਤੇ ਭਗਤ ਸਿੰਘ ਨੂੰ ਯਾਦ, ਕਿਉਂਕਿ ਭਗਤ ਸਿੰਘ ਆਪਣੇ ਆਪ ਵਿੱਚ ਬਹੁਤ ਵੱਡਾ ਚਿੰਤਕ ਸੀ। 23 ਸਾਲ ਦੀ ਉਮਰ ਦੇ ਵਿੱਚ ਜੋ ਕੁਛ ਉਹ ਕਰ ਗਿਆ, ਉਹਦੀਆਂ ਮਿਸਾਲਾਂ ਘੱਟ ਆ ਦੁਨੀਆ ਦੇ ਵਿੱਚ। ਤੇ ਪਾਸ਼ ਦਾ ਵੀ ਮਤਲਬ ਜਿਵੇਂ ਹੁਣੇ ਤੁਸੀਂ ਜ਼ਿਕਰ ਕੀਤਾ, ਰਵੀਸ਼ ਇਸ ਵੇਲੇ ਬਹੁਤ ਵੱਡਾ ਨਾਂ ਆ ਹਿੰਦੁਸਤਾਨ ਦੇ ਵਿੱਚ। ਉਹ ਇੱਕ ਵੱਡੀ ਸਰਕਾਰ ਦੇ ਐਨ ਵਿਰੋਧ ਦੇ ਵਿੱਚ ਖੜਾ, ਵੱਡੀ ਗੋਦੀ ਮੀਡੀਆ ਦੇ ਵਿਰੋਧ ਦੇ ਵਿੱਚ ਖੜਾ, ਔਰ ਬੜੀ ਕਾਮਯਾਬੀ ਨਾਲ ਖੜਾ। ਉਹ ਵੀ ਮੈਂ ਵੀ ਉਹਨੂੰ ਸੁਣਿਆ ਪਾਸ਼ ਦੀ ਕਵਿਤਾਵਾਂ ਦੀ ਗੱਲ ਕਰਦੇ ਨੂੰ। ਇਹ ਆਪਣੇ ਆਪ ਵਿੱਚ ਮੈਨੂੰ ਇਸ ਗੱਲ ਦੀ ਸੱਚੀ ਮਨ ਖੁਸ਼ ਹੋ ਜਾਂਦਾ ਕਿ ਸਾਡਾ ਪਾਸ਼ ਜਿਹੜਾ ਆ ਉਹ ਇਸ ਤਰੀਕੇ ਨਾਲ ਲੋਕਾਂ ਨੂੰ ਹੁਣ ਵੀ ਪ੍ਰਭਾਵਿਤ ਕਰ ਰਿਹਾ ਹੈ। ਮੈਂ ਇਹੀ ਤੁਹਾਨੂੰ ਇਹ ਵੀ ਜਾਣਨਾ ਚਾਹੁੰਦੀ ਸੀ, ਜਿਹੜਾ ਸਾਹਿਤ ਦੇ ਖੇਤਰ ਦੇ ਨਾਲ ਜੁੜੇ ਹੋਏ ਲੋਕ ਆ ਉਹਨਾਂ ਤੇ ਪਾਸ਼ ਦੀ ਸ਼ਹੀਦੀ ਦਾ ਕਿਹੋ ਜਿਹਾ ਪ੍ਰਭਾਵ ਪਿਆ? ਕਿਉਂਕਿ ਉਹੋ ਜਿਹੀ ਕਵਿਤਾ ਮੁੜ ਕੇ ਸਾਨੂੰ ਲੱਭੀ ਨਹੀਂ ਜਿਹੋ ਜਿਹੀ ਪਾਸ਼ ਲਿਖ ਗਿਆ। ਹਾਂ, ਇਹ ਗੱਲ ਥੋੜ੍ਹੀ ਜਿਹੀ ਵੱਖਰੀ ਆ, ਕਿਉਂਕਿ ਕਵਿਤਾ ਮਤਲਬ ਉਸ ਕਿਸਮ ਦੀ ਲੋਕ ਕੋਸ਼ਿਸ਼ ਕਰਦੇ ਰਹੇ ਆ। ਮਤਲਬ ਇਹਦੇ 'ਤੇ ਕਿੰਤੂ ਵੀ ਉਠਾਇਆ ਸੀਗਾ ਅਮਰਜੀਤ ਚੰਦਰ ਹੋਣਾ ਨੇ ਸ਼ੁਰੂ ਦੇ ਵਿੱਚ ਵੀ ਕੁਛ ਲੋਕ ਪਾਸ਼ ਕਿਉਂਕਿ ਜ਼ਿਆਦਾ ਉਹਦੀ ਗੱਲਬਾਤ ਹੁੰਦੀ ਆ ਉਹਦੇ ਵਰਗੀ ਕਵਿਤਾ ਲਿਖਣ ਦੀ ਕੋਸ਼ਿਸ਼ ਕਰਦੇ ਆ। ਮੈਂ ਉਹਦਾ ਜਵਾਬ ਦਿੱਤਾ ਕਿ ਇੱਦਾਂ ਨਹੀਂ ਹੈ। ਜੇ ਮਤਲਬ ਉਹ ਕਵਿਤਾ ਉਹਨੇ ਜਿਸ ਮਿੱਟੀ 'ਚੋਂ ਜਿਸ ਬੋਲੀ ਦੇ ਵਿੱਚ ਲਿਖ ਰਿਹਾ, ਜੇ ਦੂਜੇ ਲੋਕ ਵੀ ਉਸ ਕਿਸਮ ਦੀ ਵਰਤਦੇ ਆ ਤਾਂ ਉਹ ਆਪਣੇ 'ਚ ਕੋਈ ਮਾੜੀ ਗੱਲ ਨਹੀਂ ਹੈ, ਹੈ ਨਾ। ਕਾਪੀ ਤਾਂ ਕੋਈ ਕਰ ਹੀ ਨਹੀਂ ਸਕਦਾ ਉਹਨਾਂ ਮਤਲਬ ਸ਼ਬਦਾਂ ਦੀ। ਪਰ ਮੈਂ ਮਹਿਸੂਸ ਕਰਦਾ ਕਿ ਜਿਹੜੇ ਹੁਣ ਵੀ ਕੋਸ਼ਿਸ਼ ਤਾਂ ਲੋਕ ਕਰਦੇ ਹੈਗੇ ਆ, ਪਰ ਇਹੀ ਵਿਲੱਖਣਤਾ ਹੁੰਦੀ ਹੈ ਕਿਸੇ ਕਵੀ ਦੀ ਕਿ ਮਤਲਬ ਜਿਹੜੇ ਕਵੀ ਮਤਲਬ ਦੁਨੀਆ ਹੋਏ ਆ, ਚਾਹੇ ਸਾਡੇ ਆਪਣੇ ਪੰਜਾਬੀ ਦੇ ਵਿੱਚ ਹੁਣ ਵਾਰਿਸ ਸ਼ਾਹ ਜਿਹੜਾ ਉਹ ਆਪਣੇ ਥਾਂ ਆ, ਹੈ ਨਾ, ਬੁੱਲੇ ਸ਼ਾਹ ਆਪਣੇ ਥਾਂ ਆ। ਇਸੇ ਤਰ੍ਹਾਂ ਹੀ ਮਤਲਬ ਸਾਡੇ ਫਰੀਦ, ਬਾਬਾ ਨਾਨਕ, ਜਿਹੜੇ ਇਹ ਵੀ ਤਾਂ ਸਾਡੇ ਮਤਲਬ ਸਾਡੇ ਹੀ ਸੱਭਿਆਚਾਰ ਦੇ ਲੋਕ ਹੈਗੇ ਆ। ਇਹਨਾਂ ਦੀ ਕੋਈ ਵੀ ਉਸ ਤਰੀਕੇ ਦੇ ਨਾਲ ਮਤਲਬ ਬਿਲਕੁਲ ਉਸ ਤਰੀਕੇ ਦੀ ਕਵਿਤਾ ਜਾਂ ਨਹੀਂ ਸਕਦਾ, ਜਿਹਨੂੰ ਰੀਸ ਨਹੀਂ ਕਰ ਸਕਦਾ। ਇਸੇ ਤਰ੍ਹਾਂ ਪਾਸ਼ ਵੀ ਮਤਲਬ ਉਹਦੀ ਆਪਣੀ ਇੱਕ ਮਤਲਬ ਤਰੀਕਾ ਸੀ ਗੱਲ ਕਹਿਣ ਦਾ, ਔਰ ਉਹ ਤਰੀਕਾ ਜਿਹੜਾ ਉਹੀ ਉਹਨੂੰ ਪਾਸ਼ ਬਣਾਉਂਦਾ ਆ, ਇੱਕ ਵਿਲੱਖਣ ਕਵੀ ਬਣਾਉਂਦਾ ਆ, ਇੱਕ ਬਿਲਕੁਲ ਵੱਖਰੀ ਸ਼ਖਸੀਅਤ ਬਣਾਉਂਦਾ ਆ।
ਤੇ ਭਾਵੇਂ ਕੋਸ਼ਿਸ਼ ਬਹੁਤ ਲੋਕ ਕਰਦੇ ਆ, ਮਤਲਬ ਪਰ ਉਸ ਜਿਵੇਂ ਫਟਕਲ ਪਾਤਰ ਆ ਨਾ, ਪਾਤਰ ਵੀ ਆਪਣੀ ਮਤਲਬ ਉਹਦੀ ਜਿਹੜੀ ਜਿਸ ਕਿਸਮ ਦੀ ਉਹ ਗਜ਼ਲਾਂ ਲਿਖਦਾ ਜਾਂ ਗੀਤ ਲਿਖੇ ਉਹਨੇ, ਉਹਨਾਂ ਦੀ ਵੀ ਆਪਣੀ ਇੱਕ ਵਿਲੱਖਣਤਾ ਹੈਗੀ ਆ। ਭਾਵੇਂ ਜਿੰਨੇ ਮਰਜ਼ੀ ਲੋਕ ਬਣਾਮੂਹੀ ਉਸ ਗਜ਼ਲਾਂ ਲਿਖਦੇ ਆ, ਪਰ ਉੱਥੇ ਬਹੁਤ ਘੱਟ ਲੋਕ ਪਹੁੰਚਦੇ ਆ। ਇਸੇ ਤਰ੍ਹਾਂ ਜਿਹੜੇ ਦੂਜੇ ਵੀ ਸਾਡੇ ਗਜ਼ਲ ਹੋਏ ਆ, ਜਗਤਾਰ ਹੋਣੀ ਹੋਏ ਜਾਂ ਦੂਜੇ, ਉਸ ਕਿਸਮ ਦੀ ਜਿਹੜੀ ਗੱਲ ਹੈ। ਸੋ ਇਹ ਗੱਲ ਬੜੀ ਔਖੀ ਆ ਕਿ ਉਸੇ ਕਿਸਮ ਦੀ ਕਵਿਤਾ ਦੂਜੇ ਵੀ ਲਿਖਣ ਜਾਂ ਹੋਵੇ, ਸ਼ਾਇਦ ਇਹ ਹੋਣੀ ਵੀ ਨਹੀਂ ਚਾਹੀਦੀ, ਪਰ ਕਮੀ ਤਾਂ ਹੈ, ਉਸ ਚੀਜ਼ ਦੀ ਘਾਟਾ ਤਾਂ ਉਸ ਚੀਜ਼ ਦਾ ਮਹਿਸੂਸ ਕੀਤਾ ਜਾਂਦਾ। ਹਾਂ, ਨਹੀਂ, ਬਿਲਕੁਲ। ਇੱਕ ਪਾਸ਼ ਦੀ ਕਵਿਤਾ ਨੂੰ ਮੈਂ ਪੜ੍ਹਦੇ ਹੋਏ ਜੋ ਮਹਿਸੂਸ ਕੀਤਾ, ਉਹ ਅੱਜ ਵੀ ਉਨੀ ਰੈਲੇਵੈਂਟ ਲੱਗਦੀ ਆ। ਜਦੋਂ ਅਸੀਂ ਰੈਲੇਵੈਂਸ ਦੀ ਗੱਲ ਦੇਖਦੇ ਹਾਂ, ਹੁਣ ਅੱਜ ਕੱਲ੍ਹ ਇੰਡੀਆ ਦੇ ਵਿੱਚ ਭਾਰਤ ਸ਼ਬਦ ਦੇ ਉੱਤੇ ਕਾਫੀ ਬਹਿਸ ਜੁੜੀ ਹੋਈ ਹੈ, ਤੇ ਭਾਰਤ ਸ਼ਬਦ ਉਹਨੇ ਬਹੁਤ ਵਾਰੀ ਆਪਣੀਆਂ ਕਵਿਤਾਵਾਂ ਦੇ ਵਿੱਚ ਵਰਤਿਆ, ਜਿਹਦੇ ਵਿੱਚ ਖਾਸ ਕਰਕੇ ਮੈਂ ਜ਼ਿਕਰ ਕਰਨਾ ਚਾਹੁੰਦੀ ਹਾਂ। ਉਹ ਲਿਖਦਾ, ਕਹਿੰਦਾ, ਇਸ ਦਾ ਜੋ ਵੀ ਨਾਂ ਹੈ, ਗੁੰਡਿਆਂ ਦੀ ਸਲਤਨਤ, ਮੈਂ ਇਸ ਦਾ ਨਾਗਰਿਕ ਹੋਣ ਤੇ ਥੁੱਕਦਾ ਹਾਂ। ਭਾਰਤ ਬੜੀ ਵਾਰੀ ਉਹਦਾ ਜ਼ਿਕਰ ਕਰਦੇ ਆ, ਪਰ ਅੱਜ ਵੀ ਜਦੋਂ ਉਹਦੀਆਂ ਤੁਸੀਂ ਕਵਿਤਾਵਾਂ ਨੂੰ ਪੜ੍ਹਦੇ ਹੋ, ਅਸੀਂ ਐਵੇਂ ਮੁੱਚੀ ਦਾ ਕੁਝ ਵੀ ਨਹੀਂ ਚਾਹੁੰਦੇ, ਹੈ ਨਾ। ਪ੍ਰਤੀਬੱਧਤਾ ਦੀ ਗੱਲ ਕਰਦਾ ਉਹ ਹਾਲੇ ਵੀ ਉਹ ਸਿਚੁਏਸ਼ਨ ਜਿਉਂ ਦੀ ਤਿਉਂ ਹੀ ਲੱਗ ਰਹੀ ਆ। ਐਵੇਂ ਲੱਗ ਰਿਹਾ ਕਿ ਭਾਵੇਂ ਜਿਹੜੀਆਂ ਮਰਜ਼ੀ ਸਰਕਾਰਾਂ ਆਈ ਜਾ ਰਹੀਆਂ, ਸਥਿਤੀ ਜਿਉਂ ਦੀ ਤਿਉਂ ਹੈ। ਸੋ ਐਸਟੈਬਲਿਸ਼ਮੈਂਟ ਦੇ ਖਿਲਾਫ, ਸਥਾਪਤੀ ਦੇ ਖਿਲਾਫ ਇਸ ਤਰ੍ਹਾਂ ਖੜ ਜਾਣਾ, ਡਟ ਜਾਣਾ, ਮੈਨੂੰ ਲੱਗਦਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਤੇ ਪਾਸ਼ ਆਪਣੇ ਆਪ ਦੇ ਵਿੱਚ ਇੱਕ ਵੱਖਰੀ ਮਿਸਾਲ ਹੈ ਜਿਹੜੀ ਉਹ ਕਾਇਮ ਕਰ ਗਿਆ। ਬਿਲਕੁਲ, ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ। ਇਸ ਵੇਲੇ ਸਮਾਂ ਕਿ ਜੋ ਕੁਛ ਇਸ ਵੇਲੇ ਆਪਾਂ ਜਿਸ ਕਿਸਮ ਦਾ ਭਾਰਤ, ਹਿੰਦੁਸਤਾਨ, ਇੰਡੀਆ ਦੇ ਵਿੱਚ ਜੋ ਕੁਛ ਹੁੰਦਾ ਦੇਖ ਰਹੇ ਹਾਂ, ਉਹ ਸਾਰਥਕਤਾ ਪਾਸ਼ ਦੀ ਕਵਿਤਾ ਦੀ ਇਸ ਵੇਲੇ ਪਹਿਲਾਂ ਨਾਲੋਂ ਵੀ ਜ਼ਿਆਦਾ ਹੈ। ਹਾਂ, ਬਿਲਕੁਲ ਇੱਦਾਂ ਲੱਗਦਾ ਵੀ ਉਹਨੇ ਐਸੇ ਹੀ ਮਤਲਬ ਸਥਿਤੀ ਲਈ ਇਹ ਕਵਿਤਾ ਰਚੀ ਆ, ਤੇ ਐਨ ਪੂਰੀ ਤਰ੍ਹਾਂ ਢੁੱਕਦੀ ਆ ਜੋ ਕੁਛ ਉੱਥੇ ਸਾਡੇ ਹਿੰਦੁਸਤਾਨ 'ਚ, ਇੰਡੀਆ ਦੇ ਵਿੱਚ ਹੋ ਰਿਹਾ, ਭਾਰਤ 'ਚ ਹੋ ਰਿਹਾ ਆ। ਸੋ ਪਾਸ਼ ਜਿਹੜਾ ਆ ਉਹ ਬਿਲਕੁਲ ਉਹਨੂੰ ਯਾਦ ਕਰਨ ਦੀ ਲੋੜ ਹੈਗੀ ਆ, ਔਰ ਯਾਦ ਰੱਖਣ ਦੀ ਲੋੜ ਹੈਗੀ ਆ। ਕਵਿਤਾਵਾਂ ਤਾਂ ਉਹਨਾਂ ਦੀਆਂ ਇੱਕ ਤੋਂ ਇੱਕ ਵੱਧ ਕੇ ਆ। ਦਿਲ ਕਰਦਾ ਕਿ ਹੋਰ ਕਵਿਤਾਵਾਂ ਸਾਂਝੀਆਂ ਕੀਤੀਆਂ ਜਾਣ, ਪਰ ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ। ਪਰ ਅੱਜ ਪਾਸ਼ ਦੇ ਜਨਮ ਦਿਨ ਦੇ ਮੌਕੇ 'ਤੇ ਇੰਨੀਆਂ ਹੀ ਗੱਲਾਂ ਬਾਤਾਂ ਸਾਡੇ ਸੁਣਨ ਵਾਲਿਆਂ ਦੇ ਨਾਲ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਬਹੁਤ ਬਹੁਤ ਸ਼ੁਕਰੀਆ ਨਵਜੋਤ ਜੀ, ਮੈਨੂੰ ਮੌਕਾ ਦੇਣ ਲਈ। ਇਹ ਸਨ ਡਾਕਟਰ ਸਾਧੂ ਬੈਨਿੰਗ, ਤੇ ਉਮੀਦ ਕਰਦੀ ਹਾਂ ਕਿ ਅੱਜ ਦੀ ਇਹ ਗੱਲਬਾਤ ਤੁਹਾਨੂੰ ਪਸੰਦ ਆਈ ਹੋਵੇਗੀ। ਤੁਹਾਡਾ ਸਾਰਿਆਂ ਦਾ ਅੱਜ ਦਾ ਇਹ ਪ੍ਰੋਗਰਾਮ ਸੁਣਨ ਲਈ ਬਹੁਤ ਬਹੁਤ ਸ਼ੁਕਰੀਆ।